ਸ਼ੁਰੂ ਤੋਂ ਹੀ ਸੰਤਾਨ ਨੂੰ ਲੈ ਕੇ ਸੰਸਾਰ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਚੱਲਦੀ ਹੀ ਰਹਿੰਦੀ ਹੈ। ਕੋਈ ਆਪਣੀ ਔਲਾਦ ਤੋਂ ਖੁਸ਼ ਨਹੀਂ ਹੈ ਤੇ ਕਿਸੇ ਦੇ ਔਲਾਦ ਹੀ ਨਹੀਂ ਹੁੰਦੀ। ਹਰ ਕੋ ਆਪੋ ਆਪਣੇ ਦੁੱਖ ਦੇ ਵਿੱਚ ਰੋ ਰਿਹਾ ਹੈ। ਮਨੁੱਖ ਆਪਣੀਆਂ ਇੱਛਾਵਾਂ ਤੋਂ ਕਦੀ ਵੀ ਸੰਤੁਸ਼ਟ ਨਹੀਂ ਹੋ ਸਕਦਾ ਅਤੇ ਮਨੁੱਖ ਆਪਣੀਆਂ ਇੱਛਾਵਾਂ ਅਤੇ ਲੋੜਾਂ ਨੂੰ ਪੂਰਾ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਚਲਿਆ ਜਾਂਦਾ ਹੈ। ਕਿਸੇ ਵੀ ਤਰ੍ਹਾਂ ਦੇ ਮਾੜੇ ਤੋਂ ਮਾੜਾ ਕੰਮ ਕਰ ਲੈਂਦਾ ਹੈ ਬਿਨਾਂ ਕੁਝ ਸੋਚੇ ਸਮਝੇ। ਅੱਜ ਦੀ ਅਜਿਹੀ ਇੱਕ ਘਟਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ। ਇਸ ਘਟਨਾ ਦੇ ਵਿੱਚ ਤੁਸੀਂ ਇੱਕ ਸੱਚਾਈ ਤੋਂ ਵਾਕਿਫ ਹੋਵੋਗੇ ਕਿ ਇੱਕ ਸੰਤਾਨ ਦੀ ਚਾਹ ਨੇ ਇੱਕ ਮਾਂ ਤੇ ਪੁੱਤਰ ਦੇ ਰਿਸ਼ਤੇ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ। ਗੱਲ ਹੈ ਅੱਜ ਤੋਂ 25 ਸਾਲ ਪਹਿਲਾਂ ਦੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਪੈਂਦੇ ਇੱਕ ਪਿੰਡ ਦੇ ਵਿੱਚ ਹਰਸ਼ੀਨਾ ਨਾਮ ਦਾ ਵਿਅਕਤੀ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਸੀ। ਘਰ ਦੇ ਵਿੱਚ ਹਰਸ਼ੀਨਾ, ਉਸ ਦੀ ਮਾਂ, ਇੱਕ ਭਰਾ ਤੇ 2 ਭੈਣਾਂ ਸੀ। ਭੈਣਾਂ ਵੱਡੀਆਂ ਸੀ ਤੇ ਵਿਆਹੀਆਂ ਗਈਆਂ। ਉਸ ਦਾ ਭਰਾ ਫੌਜ ਦੇ ਵਿੱਚ ਹੋ ਗਿਆ ਤੇ ਉਸ ਦੀ ਡਿਊਟੀ ਪਠਾਨਕੋਟ ਆਰਮੀ ਏਰੀਆ ਦੇ ਵਿੱਚ ਲੱਗੀ ਅਤੇ ਉਹ ਉੱਥੇ ਹੀ ਰਹਿੰਦਾ ਸੀ। ਹਰਸ਼ੀਨੇ ਦਾ ਵਿਆਹ ਜਸਬੀਰ ਕੌਰ ਦੇ ਨਾਲ ਹੋਇਆ। ਰੱਬ ਦੀ ਰਜ਼ਾ ਇਸ ਦੇ ਵਿੱਚ ਹੀ ਸੀ ਕਿ ਵਿਆਹ ਤੋਂ 7 ਸਾਲ ਬਾਅਦ ਤੱਕ ਵੀ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੋਈ। ਬਹੁਤ ਇਲਾਜ ਕਰਵਾਏ, ਦੇਸੀ ਅੰਗਰੇਜ਼ੀ, ਪਰ ਕੋਈ ਵੀ ਫਾਇਦਾ ਨਹੀਂ ਹੋਇਆ। ਪਰ ਇੱਕ ਗੱਲ ਦੀ ਕਿਰਪਾ ਸੀ ਕਿ ਹਰਸ਼ੀਨੇ ਦੀ ਮਾਂ ਨੇ ਇਸ ਗੱਲ ਦਾ ਕਦੀ ਵੀ ਤਾਨਾ ਜਾਂ ਫਿਰ ਗਲਤ ਗੱਲ ਹਰਸ਼ੀਨੇ ਤੇ ਉਸ ਦੀ ਪਤਨੀ ਨੂੰ ਨਹੀਂ ਕਹੀ ਸੀ। ਉਹ ਹਮੇਸ਼ਾ ਕਹਿੰਦੀ ਸੀ ਕਿ ਹਰਸ਼ੀਨੇ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਅਸਲ ਜ਼ਿੰਦਗੀ ਹੈ। ਪਰ ਲੋਕਾਂ ਦੀ ਜ਼ੁਬਾਨ ਕਦੀ ਕੋਈ ਬੰਦ ਨਹੀਂ ਕਰ ਸਕਦਾ। ਲੋਕ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤੇ ਹਰਸ਼ੀਨਾ ਬਹੁਤ ਪਰੇਸ਼ਾਨ ਰਹਿੰਦਾ ਸੀ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਪਤੀ ਪਤਨੀ ਦੇ ਵਿੱਚ ਹਮੇਸ਼ਾ ਕਲੇਸ਼ ਰਹਿਣ ਲੱਗਿਆ ਤੇ ਗੱਲ ਦਿਨ ਪਰ ਦਿਨ ਵੱਧਦੀ ਰਹੀ। ਫਿਰ ਇੱਕ ਦਿਨ ਹਰਸ਼ੀਨੇ ਦੇ ਸਾਲੇ ਨੇ ਹਰਸ਼ੀਨੇ ਨੂੰ ਇੱਕ ਤਾਂਤਰਿਕ ਦੇ ਕੋਲ ਜਾਣ ਦੇ ਵਾਸਤੇ ਕਿਹਾ ਅਤੇ ਉਸ ਤਾਂਤਰਿਕ ਨੂੰ ਆਪਣੀ ਸਮੱਸਿਆ ਦੱਸ ਕੇ ਉਸ ਦਾ ਸੁਝਾਅ ਦੇਣ ਵਾਸਤੇ ਕਿਹਾ। ਉਹ ਤਾਂਤਰਿਕ ਬੰਦਾ ਇੱਕ ਪਹਾੜੀ ਇਲਾਕੇ ਦੇ ਵਿੱਚ ਰਹਿੰਦਾ ਸੀ। ਹਰਸ਼ੀਨਾ ਤੇ ਉਸ ਦਾ ਸਾਲਾ ਉਸ ਤਾਂਤਰਿਕ ਦੇ ਕੋਲ ਗਏ। ਉਹਨਾਂ ਨੇ ਸਾਰੀ ਗੱਲ ਤਾਂਤਰਿਕ ਨੂੰ ਦੱਸੀ ਕਿ 7 ਸਾਲਾਂ ਤੋਂ ਉਸ ਦੇ ਔਲਾਦ ਨਹੀਂ ਹੋ ਰਹੀ। ਤਾਂਤਰਿਕ ਨੇ ਸਾਰੀ ਗੱਲ ਸੁਣੀ ਤੇ ਕਿਹਾ ਕਿ ਤੁਹਾਡੇ ਕਦੀ ਔਲਾਦ ਨਹੀਂ ਹੋ ਸਕਦੀ, ਤੁਸੀਂ ਬੇਔਲਾਦ ਹੀ ਮਰ ਜਾਵੋਗੇ। ਉਹਨਾਂ ਦੋਹਾਂ ਨੇ ਤਾਂਤਰਿਕ ਦੇ ਅੱਗੇ ਮਿੰਨਤਾਂ ਤਰਲੇ ਕੀਤੇ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਔਲਾਦ ਮਿਲ ਜਾਵੇ। ਤਾਂਤਰਿਕ ਨੇ ਕਿਹਾ ਕਿ ਇਹ ਕੰਮ ਬਹੁਤ ਮੁਸ਼ਕਿਲ ਹੈ। ਜੇਕਰ ਔਲਾਦ ਪਾਉਣੀ ਹੈ ਤਾਂ ਇੱਕ ਬਹੁਤ ਮੁਸ਼ਕਿਲ ਕੰਮ ਕਰਨਾ ਪਵੇਗਾ ਜੋ ਤੁਹਾਡੇ ਕੋਲੋਂ ਨਹੀਂ ਹੋਣਾ। ਹਰਸ਼ੀਨੇ ਨੇ ਕਿਹਾ ਕਿ ਔਲਾਦ ਪਾਉਣ ਵਾਸਤੇ ਮੈਂ ਕੁਝ ਵੀ ਕਰ ਜਾਵਾਂਗਾ। ਉਸ ਤਾਂਤਰਿਕ ਨੇ ਕਿਹਾ ਕਿ ਜੇਕਰ ਤੂੰ ਔਲਾਦ ਪਾਉਣੀ ਹੈ ਤਾਂ ਤੈਨੂੰ ਆਪਣੀ ਮਾਂ ਦੀ ਖੋਪੜੀ ਦਾ ਖੂਨ ਪੀਣਾ ਪਵੇਗਾ ਤੇ ਫਿਰ ਤੈਨੂੰ ਆਪਣੀ ਔਲਾਦ ਦਾ ਸੁੱਖ ਮਿਲੇਗਾ। ਪਹਿਲਾਂ ਤਾਂ ਹਰਸ਼ੀਨਾ ਸੋਚਾਂ ਦੇ ਵਿੱਚ ਪੈ ਗਿਆ ਕਿ ਆਪਣੀ ਮਾਂ ਦੇ ਨਾਲ ਮੈਂ ਇਹ ਕਿਵੇਂ ਕਰ ਸਕਦਾ ਹਾਂ। ਤਾਂਤਰਿਕ ਦੀ ਇਹ ਗੱਲ ਸੁਣ ਕੇ ਉਹ ਦੋਨੋਂ ਵਾਪਿਸ ਆ ਗਏ ਤੇ ਆ ਕੇ ਉਸ ਦੇ ਸਾਲੇ ਨੇ ਜਸਵੀਰ ਕੌਰ ਹਰਸ਼ੀਨੇ ਦੀ ਪਤਨੀ ਨੂੰ ਸਾਰੀ ਗੱਲ ਦੱਸੀ। ਔਲਾਦ ਦਾ ਮੋਹ ਇੱਕ ਐਸਾ ਮੋਹ ਹੈ ਜੋ ਬੰਦੇ ਤੋਂ ਹਰ ਇੱਕ ਕੰਮ ਕਰਵਾ ਦਿੰਦਾ ਹੈ, ਚਾਹੇ ਉਹ ਜਿੰਨਾ ਮਰਜ਼ੀ ਮਾੜਾ ਹੋਵੇ ਤੇ ਚਾਹੇ ਜਿੰਨਾ ਮਰਜ਼ੀ ਚੰਗਾ। ਫਿਰ ਉਸ ਦੀ ਪਤਨੀ ਤੇ ਉਸ ਦੇ ਸਾਲੇ ਨੇ ਹਰਸ਼ੀਨੇ ਦੇ ਉੱਤੇ ਬਹੁਤ ਜ਼ੋਰ ਪਾਇਆ। ਹਰਸ਼ੀਨਾ ਨਹੀਂ ਮੰਨ ਰਿਹਾ ਸੀ, ਪਰ ਜਦੋਂ ਉਹਨਾਂ ਦੋਨਾਂ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ ਤਾਂ ਹਰਸ਼ੀਨਾ ਇਸ ਕੰਮ ਵਾਸਤੇ ਮੰਨ ਗਿਆ ਅਤੇ ਉਹਨਾਂ ਤਿੰਨਾਂ ਨੇ ਇਹ ਕੰਮ ਨੂੰ ਅੰਜਾਮ ਦੇਣ ਵਾਸਤੇ ਇੱਕ ਵਿਉਂਤ ਬਣਾਈ। ਸੋ ਇੱਕ ਰਾਤ ਹਰਸ਼ੀਨਾ ਤੇ ਉਸ ਦਾ ਸਾਲਾ ਇਸ ਮਾੜੇ ਕੰਮ ਨੂੰ ਅੰਜਾਮ ਦੇਣ ਵਾਸਤੇ ਤਿਆਰ ਹੋ ਗਏ। ਉਸ ਤਾਂਤਰਿਕ ਦੇ ਕਹੇ ਮੁਤਾਬਕ ਰਾਤ ਦੇ ਸਮੇਂ ਹਰਸ਼ੀਨੇ ਦੇ ਆਪਣੇ ਮਾਂ ਨੂੰ ਉਠਾਇਆ ਅਤੇ ਬਾਹਰ ਲੈ ਕੇ ਆਇਆ ਅਤੇ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਉਸ ਦੇ ਸਿਰ ਦੇ ਉੱਤੇ ਵਾਰ ਕਰ ਦਿੱਤਾ। ਇੱਕਦਮ ਹੋਏ ਵਾਰ ਤੋਂ ਉਸ ਦੀ ਮਾਂ ਨੂੰ ਕੁਝ ਸਮਝ ਨਾ ਲੱਗਿਆ ਅਤੇ ਉਸ ਦੀ ਮਾਂ ਦੇ ਮੂੰਹ ਦੇ ਵਿੱਚੋਂ ਇਹੋ ਗੱਲ ਨਿਕਲੀ ਕਿ ਹਰਸ਼ੀਨੇ ਮੈਨੂੰ ਨਾ ਮਾਰੀ। ਇੰਨੀ ਗੱਲ ਸੁਣ ਕੇ ਅਤੇ ਆਪਣੀ ਮਾਂ ਦਾ ਖੂਨ ਦੇਖ ਕੇ ਹਰਸ਼ੀਨਾ ਤਾਂ ਪਿੱਛੇ ਹਟ ਗਿਆ। ਹਰਸ਼ੀਨੇ ਨੂੰ ਕਮਜ਼ੋਰ ਪੈਂਦਾ ਦੇਖ ਉਸ ਦਾ ਸਾਲਾ ਉਸ ਦੇ ਉੱਤੇ ਭੜਕਿਆ ਅਤੇ ਕਿਹਾ ਕਿ ਦੇਖ ਕੀ ਰਿਹਾ ਹੈ, ਤੈਨੂੰ ਔਲਾਦ ਨਹੀਂ ਚਾਹੀਦੀ। ਇੰਨੀ ਗੱਲ ਸੁਣ ਕੇ ਹਰਸ਼ੀਨੇ ਨੇ ਵਾਰ ਕਰ ਕਰਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਤਾਂਤਰਿਕ ਦੇ ਕਹੇ ਮੁਤਾਬਕ ਉਸ ਦੇ ਸਿਰ ਦਾ ਖੂਨ ਪੀਤਾ। ਅਸੀਂ ਅਕਸਰ ਟੀਵੀ ਦੇ ਵਿੱਚ ਦੇਖਦੇ ਹਾਂ ਕਿ ਲੋਕ ਔਲਾਦ ਪਾਉਣ ਵਾਸਤੇ ਕੀ ਕੁਝ ਕਰਦੇ ਨੇ, ਬਲੀ ਤੱਕ ਵੀ ਦਿੰਦੇ ਨੇ। ਹਰਸ਼ੀਨੇ ਨੇ ਵੀ ਕੁਝ ਅਜਿਹਾ ਹੀ ਕੀਤਾ ਸੀ। ਆਪਣੀ ਔਲਾਦ ਪਾਉਣ ਵਾਸਤੇ ਇੱਕ ਔਲਾਦ ਨੇ ਆਪਣੀ ਹੀ ਮਾਂ ਦੀ ਬਲੀ ਚਾੜ ਦਿੱਤੀ। ਸੋ ਉਸੇ ਰਾਤ ਹਰਸ਼ੀਨੇ ਦਾ ਭਰਾ ਜੋ ਕਿ ਫੌਜ ਦੇ ਵਿੱਚ ਸੀ, ਉਸ ਨੂੰ ਇੱਕ ਸੁਪਨਾ ਆਇਆ ਅਤੇ ਸੁਪਨੇ ਦੇ ਵਿੱਚ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਹਰਸ਼ੀਨੇ ਨੇ ਮੈਨੂੰ ਮਾਰ ਦਿੱਤਾ। ਇਹ ਸੁਪਨਾ ਦੇਖ ਕੇ ਉਹ ਬਹੁਤ ਡਰ ਗਿਆ ਅਤੇ ਅਗਲੇ ਹੀ ਦਿਨ ਸਵੇਰੇ ਘਰੋਂ ਫੋਨ ਆਇਆ ਕਿ ਉਸ ਦੀ ਮਾਂ ਦੀ ਪੌੜੀਆਂ ਦੇ ਵਿੱਚੋਂ ਡਿੱਗਣ ਦੇ ਕਾਰਨ ਸਿਰ ਦੇ ਉੱਤੇ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਉਸ ਦੇ ਸੰਸਕਾਰ ਵਾਸਤੇ ਉਸ ਨੂੰ ਘਰ ਬੁਲਾਇਆ ਗਿਆ। ਉਸ ਦਾ ਫੌਜੀ ਭਰਾ ਬਹੁਤ ਦੁਖੀ ਹੋਇਆ ਤੇ ਛੁੱਟੀ ਲੈ ਕੇ ਵਾਪਿਸ ਘਰ ਲਈ ਨਿਕਲ ਗਿਆ। ਪਰ ਉਸ ਦਾ ਫੌਜੀ ਭਰਾ ਆਪਣੇ ਰਾਤ ਵੇਲੇ ਵਾਲੇ ਸੁਪਨੇ ਬਾਰੇ ਸੋਚੀ ਜਾ ਰਿਹਾ ਸੀ। ਘਰ ਗਿਆ ਤੇ ਘਰ ਦਾ ਮਾਹੌਲ ਬਹੁਤ ਗਮਗੀਨ ਸੀ। ਸਾਰੇ ਪਿੰਡ ਤੇ ਰਿਸ਼ਤੇਦਾਰ ਪਹੁੰਚੇ ਹੋਏ ਸਨ। ਉਸ ਦੇ ਫੌਜੀ ਭਰਾ ਨੇ ਪੁੱਛਿਆ ਕਿ ਕਿਸ ਤਰ੍ਹਾਂ ਹੋਇਆ ਤਾਂ ਹਰਸ਼ੀਨੇ ਨੇ ਕਿਹਾ ਕਿ ਮਾਂ ਰਾਤੀ ਡਿੱਗ ਗਈ ਤੇ ਸਿਰ ਦੇ ਉੱਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਭਰਾ ਨੂੰ ਯਕੀਨ ਨਹੀਂ ਹੋਇਆ ਤਾਂ ਉਸਨੇ ਰੌਲਾ ਪਾ ਦਿੱਤਾ ਕਿ ਮੇਰੀ ਮਾਂ ਨੂੰ ਮਾਰਿਆ ਗਿਆ ਹੈ ਅਤੇ ਉਸਨੇ ਪੁਲਿਸ ਬੁਲਾ ਲਈ।
ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕੀਤਾ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਕਿਸੇ ਨੇ ਉਸ ਦੇ ਸਿਰ ਦੇ ਵਿੱਚ ਵਾਰ-ਵਾਰ ਕੋਈ ਚੀਜ਼ ਮਾਰਨ ਦੇ ਕਾਰਨ ਉਸ ਦੀ ਮੌਤ ਹੋਈ ਹੈ। ਫਿਰ ਸ਼ੱਕ ਦੇ ਆਧਾਰ ਦੇ ਉੱਤੇ ਹਰਸ਼ੀਨੇ ਤੇ ਉਸ ਦੇ ਸਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਸਖਤੀ ਦੇ ਨਾਲ ਪੁੱਛਣ ਤੋਂ ਬਾਅਦ ਉਹਨਾਂ ਦੋਨਾਂ ਨੇ ਸੱਚਾਈ ਕਬੂਲ ਕੀਤੀ ਕਿ ਤਾਂਤਰਿਕ ਦੇ ਕਹਿਣ ਤੇ ਉਹਨਾਂ ਨੇ ਇਹ ਸਭ ਕੁਝ ਕੀਤਾ। ਕੇਸ ਚੱਲਿਆ, ਹਰਸ਼ੀਨੇ ਨੂੰ ਸਜ਼ਾ ਹੋਈ, ਪਰ ਫਿਰ ਭੈਣਾਂ ਨੇ ਸੋਚਿਆ ਕਿ ਭਰਾ ਦਾ ਘਰ ਉੱਜੜ ਜਾਵੇਗਾ ਤੇ ਇਸ ਕਰਕੇ ਉਸ ਦੀਆਂ ਭੈਣਾਂ ਨੇ ਸਜ਼ਾ ਮਾਫੀ ਦੀ ਅਰਜ਼ੀ ਵੀ ਪਾਈ ਤੇ ਹਰਸ਼ੀਨੇ ਨੂੰ 2 ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਕੁਝ ਸਮਾਂ ਪਾ ਕੇ ਹਰਸ਼ੀਨੇ ਦੇ ਘਰ ਇੱਕ ਲੜਕੇ ਨੇ ਜਨਮ ਲਿਆ। ਹੁਣ ਆਪਾਂ ਇੱਥੇ ਇਹ ਨਹੀਂ ਕਹਿੰਦੇ ਕਿ ਤਾਂਤਰਿਕ ਦੇ ਕਹਿਣ ਮੁਤਾਬਕ ਇਹ ਔਲਾਦ ਹੋਈ ਸੀ, ਪਰ ਇਸ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਕੋਈ ਰਜ਼ਾ ਸੀ। ਸੋ ਹੌਲੀ-ਹੌਲੀ ਜ਼ਿੰਦਗੀ ਚੱਲਣ ਲੱਗੀ ਤੇ ਹਰਸ਼ੀਨੇ ਨੇ ਹਲਵਾਈ ਦਾ ਕੰਮ ਸ਼ੁਰੂ ਕਰ ਦਿੱਤਾ। ਉਸ ਦਾ ਮੁੰਡਾ 12 ਸਾਲਾਂ ਦਾ ਹੋਇਆ ਤਾਂ ਇੱਕ ਦਿਨ ਕਿਸੇ ਦੇ ਘਰ ਹਰਸ਼ੀਨੇ ਨੇ ਵਿਆਹ ਦਾ ਕੰਮ ਕਰਨ ਜਾਣਾ ਸੀ। ਮੁੰਡੇ ਨੇ ਜਿੱਦ ਫੜ ਲਈ ਕਿ ਮੈਂ ਵੀ ਆਪਣੇ ਪਿਓ ਦੇ ਨਾਲ ਜਾਣਾ ਹੈ। ਆਪਣੇ ਮੁੰਡੇ ਦੀ ਜਿੱਦ ਦੇਖ ਕੇ ਹਰਸ਼ੀਨਾ ਉਸ ਨੂੰ ਆਪਣੇ ਨਾਲ ਹੀ ਲੈ ਗਿਆ। ਹਰਸ਼ੀਨਾ ਪਕੌੜੇ ਬਣਾਉਣ ਵਾਸਤੇ ਤੇਲ ਗਰਮ ਕਰ ਰਿਹਾ ਸੀ ਤੇ ਉਸ ਦਾ ਲੜਕਾ ਉੱਥੇ ਕੋਲ ਹੀ ਖੇਡ ਰਿਹਾ ਸੀ। ਖੇਡਦਿਆਂ ਉਸ ਦੇ ਲੜਕੇ ਨੂੰ ਧੱਕਾ ਲੱਗਿਆ, ਜਿਸ ਦੇ ਨਾਲ ਉਹ ਤੇਲ ਦੀ ਕੜਾਈ ਦੇ ਵਿੱਚ ਜਾ ਡਿੱਗਿਆ ਤੇ ਬੁਰੀ ਤਰ੍ਹਾਂ ਸੜ ਗਿਆ। ਉਸ ਨੂੰ ਜਲਦੀ ਦੇ ਨਾਲ ਹਸਪੀਟਲ ਲਿਜਾਇਆ ਗਿਆ, ਪਰ ਰਸਤੇ ਦੇ ਵਿੱਚ ਹੀ ਉਸਨੇ ਦਮ ਤੋੜ ਦਿੱਤਾ। ਇੱਥੇ 12 ਸਾਲਾਂ ਔਲਾਦ ਦਾ ਸੁੱਖ ਪਾਉਣ ਤੋਂ ਬਾਅਦ ਹਰਸ਼ੀਨਾ ਬੇਔਲਾਦ ਹੋ ਗਿਆ। ਨਰਕ ਸਵਰਗ ਇੱਥੇ ਧਰਤੀ ਦੇ ਉੱਤੇ ਹੀ ਹੈ। ਅੱਜ ਵੀ ਹਰਸ਼ੀਨਾ ਹਲਵਾਈ ਦਾ ਕੰਮ ਕਰਦਾ ਹੈ, ਪਰ ਬੇਔਲਾਦ ਹੈ। ਹਰਸ਼ੀਨਾ ਆਪਣੀ ਮਾਂ ਤੋਂ ਵੀ ਗਿਆ ਤੇ ਆਪਣੀ ਔਲਾਦ ਤੋਂ ਵੀ। ਦਰਗਾਹ ਦੇ ਵਿੱਚ ਨਾ ਤਾਂ ਉਸ ਪਰਮਾਤਮਾ ਨੇ ਮਾਫੀ ਦੇਣੀ ਹੈ, ਨਾ ਤਾਂ ਉਸ ਦੀ ਮਾਂ ਨੇ ਤੇ ਨਾ ਹੀ ਉਸ ਦੀ ਔਲਾਦ ਨੇ। ਸੋ ਔਲਾਦ ਪਰਮਾਤਮਾ ਦੀ ਦੇਣ ਹੈ। ਉਸ ਦੀ ਕਿਰਪਾ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਚਾਹੇ ਮਨੁੱਖ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਉਸ ਪਰਮਾਤਮਾ ਦੀ ਨਜ਼ਰ ਤੋਂ ਬਿਨਾਂ ਕੁਝ ਵੀ ਨਹੀਂ ਮਿਲਦਾ ਤੇ ਇਹ ਗੱਲ ਇੱਕ ਸੱਚਾਈ ਹੈ ਤੇ ਸਾਨੂੰ ਸਭ ਨੂੰ ਇਹ ਸੱਚਾਈ ਆਪਣੀ ਜ਼ਿੰਦਗੀ ਦੇ ਵਿੱਚ ਉਤਾਰ ਲੈਣੀ ਚਾਹੀਦੀ ਹੈ।